वाहेगुरु जी की फतेह। सहजे जागै सहजे सोवै। यह गुरमुखां की अवस्था है। सहजे ही ਅੰਮ੍ਰਿਤ ਵੇਲੇ ਜਾਗ ਜਾਂਦੇ ਹਨ ਤੇ ਸਹਿਜੇ ਹੀ ਚੀਜ਼ ਸੁਣਦੇ ਹਨ, ਕਿਉਂਕਿ ਉਹਨਾਂ ਨੂੰ ਪ੍ਰਭੂ ਨਾਲ ਨਾਮ ਜਪਣ ਦਾ ਪਿਆਰ ਹੁੰਦਾ ਹੈ। ਉਹ ਹੋਰ ਪਾਸੇ ਸਮਾਂ ਘੱਟ ਲਗਾਉਂਦੇ ਹਨ। ਦੁਨਿਆਵੀ ਕੰਮਾਂ ਦੀ ਗੱਲਾਂ ਬਾਤਾਂ, ਟੀਵੀ ਨਾਟਕ ਦੇਖਣੇ, ਹੋਰ ਇੱਧਰ ਉੱਧਰ ਦੀ ਚਿੰਤਾ ਕਰਨੀਆਂ, ਇਹ ਨਹੀਂ ਸੋਚਦੇ। ਉਹ ਸੋਚਦੇ ਅੰਮ੍ਰਿਤ ਵੇਲਾ ਕਦੋਂ ਹੋਏ ਤੇ ਅਸੀਂ ਉੱਠ ਕੇ ਉਸ ਪ੍ਰਭੂ ਦੇ ਭਜਨ ਵਿੱਚ ਜੁੜ ਜਾਈਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਅਵਸਥਾ ਜੇ ਮਿਲ ਜਾਵੇ ਨਾ ਤੇ ਸਮਝੋ ਜੀਵਨ ਬਿਲਕੁਲ ਉਸ ਉਚਾਈ ਨੂੰ ਛੂ ਜਾਏਗਾ ਜੋ ਹਰ ਮਨੁੱਖ ਚਾਹੁੰਦਾ ਹੈ ਕਿ ਸਾਨੂੰ ਗੁਰੂ ਮਿਲ ਜਾਵੇ। ਇਹ ਸਹਿਜ ਅਵਸਥਾ ਹੈ ਜੋ ਉਹਨੂੰ ਪ੍ਰਾਪਤ ਹੁੰਦੀ ਹੈ ਜੋ ਗੁਰੂ ਦਾ ਕਹਿਣਾ ਮੰਨਦਾ ਹੈ। ਜਿਹੜੇ ਗੁਰੂਮੁਖ ਗੁਰੂ ਜੀ ਦੇ ਬਚਨ ਮੰਨਦੇ ਹਨ, ਬਚਨ ਦੀ ਕਮਾਈ ਸ਼ੁਰੂ ਕਰਦੇ ਹਨ, ਹਰ ਗੱਲ ਤੇ ਗੁਰੂ ਕਰਦੇ ਹਨ, ਉਹਨਾਂ ਨੂੰ ਇਹ ਅਵਸਥਾ ਮਿਲਦੀ ਹੈ ਸਹਿਜ। ਉਹਨਾਂ ਨੂੰ ਫਿਰ ਸ਼ਹੀਦੀ ਸਿੰਘ ਵੀ ਕਹਿੰਦੇ ਉਠਾਣ ਆ ਜਾਂਦੇ। ਅਲਾਰਮ ਵੱਜੇ ਨਾ ਵੱਜੇ, ਸ਼ਹੀਦੀ ਫੌਜਾਂ ਉਹਨੂੰ ਉਸੇ ਸਮੇਂ 'ਤੇ ਉਠਾ ਦੇਣਗੀਆਂ ਜਿਸ ਸਮੇਂ ਉਹਦਾ ਨਿਤਨੇਮ ਹੋਏਗਾ। ਇਹ ਸੱਚੀ ਗੱਲ ਹੈ। ਇਸ ਤਰ੍ਹਾਂ ਹੀ ਹੁੰਦਾ ਹੈ ਜਿਨ੍ਹਾਂ ਨੂੰ ਨਾਮ ਨਾਲ ਸ਼ੌਕ ਹੈ, ਜਿਹੜੇ ਸ਼੍ਰੀ ਕੀਰਤਨ ਸੋਹਿਲਾ ਜੀ ਕੀ ਬਾਣੀ ਕੇ ਪਾਠ ਪੜ੍ਹ ਕੇ ਅਰਦਾਸ ਕਰਦੇ ਕਿ ਮਹਾਰਾਜ ਅੰਮ੍ਰਿਤ ਵੇਲੇ ਜਗਾ ਦੇ, ਅੰਮ੍ਰਿਤ ਵੇਲੇ ਸੰਗਤ ਵਿੱਚ ਪਹੁੰਚਾ ਦੇਣਾ, ਅੰਮ੍ਰਿਤ ਵੇਲੇ ਨਿਤਨੇਮ ਨਾ ਖੁੰਝੇ ਮੇਰਾ, ਸਾਰੇ ਦਿਨ ਦੀ ਕੋਈ ਹੋਰ ਗੱਲ ਛੁੱਟ ਜਾਵੇ ਪਰ ਅੰਮ੍ਰਿਤ ਵੇਲਾ ਨਾ ਛੁੱਟੇ। ਇਹ ਅਵਸਥਾ ਆ ਜਾਵੇ ਨਾ ਤੇ ਸਮਝੋ ਸਹਿਜ ਮਨ ਵਿੱਚ ਆ ਕੇ ਟਿਕ ਜਾਂਦਾ ਹੈ। ਆਓ ਪਹਿਲਾਂ ਕਥਾ ਆਰੰਭ ਤੋਂ ਪਹਿਲਾਂ ਹੀ ਸਾਰੇ ਰੋਜ਼ਾਨਾ ਦੀ ਤਰ੍ਹਾਂ ਰਲ ਕੇ ਨਾਮ ਜਪੀਏ ਜੀ। ਸਾਰੇ ਜਪੋ ਵਾਹਿਗੁਰੂ 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 ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਏਹੋ, ਨਾਨਕ ਚਾਹੋ ਏਹੋ,
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸ਼ਲੋਕ ਰਾਗ ਵਿੱਚ ਫਰਮਾਉਂਦੇ ਹਨ, ਵਿਣ ਨਾਵੈ ਸਭ ਪਰਮ ਦੇ, ਨਿਤ ਜਗ ਤੋਟਾ ਸੈਸਾਰ। ਬਿਨਾ ਨਾਮ ਤੋਂ ਸਾਰੇ ਮਨੁੱਖ ਜਿਹੜੇ ਨਾਮ ਨਹੀਂ ਜਪਦੇ ਭਰਮ ਦੇ ਪਏ ਹਨ। ਉਹਨਾਂ ਨੂੰ ਤੋਟ ਹੀ ਰਹੇਗੀ, ਨਿੱਤ ਦੀ ਤੋਟ ਰਹੇਗੀ ਇਸ ਸੰਸਾਰ ਵਿੱਚ। ਉਹਨਾਂ ਦਾ ਭ੍ਰਮਣਾ ਨਹੀਂ ਮੁੱਕੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਭਟਕੇ ਹੋਏ ਆ, ਨਾਮ ਤੋਂ ਥੋੜੇ ਹੋਏ। ਉਹਨਾਂ ਨੂੰ ਉਹ ਕਮੀ ਮਹਿਸੂਸ ਹੋਏਗੀ। ਮਨ ਮੁਖ ਕਰਮ ਕਮਾਵਨੇ, ਹੋਮੈ ਅੰਧ ਗੁਬਾਰ। ਇਹ ਮਨਮੁਖ ਦੀ ਅਵਸਥਾ ਹੈ। ਕਰਮ ਤੇ ਕਮਾ ਰਹੇ ਹਨ ਧਰਤੀ ਤੇ, ਆਪਣੇ ਮਨਮਤ ਦੇ ਅਨੁਸਾਰ ਕਰਮ ਕਮਾ ਰਹੇ ਹਨ। ਹੋਮੈ ਅੰਧ ਗੁਬਾਰ, ਹੋਮੇ ਦੇ ਵਿੱਚ ਅੰਧੇ ਹੋਏ ਹੋਏ, ਹੰਕਾਰੀ ਹੋਏ ਹਨ, ਗੁਬਾਰ ਵਿੱਚ ਭਰੇ ਹਨ ਮਨਮੁਖ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਪਰ ਜਿਨ੍ਹਾਂ ਦਾ ਮੁਖ ਗੁਰਾਂ ਵੱਲ ਹਨ, ਉਹਨਾਂ ਨੂੰ ਗੁਰਮੁਖ ਕਿਹਾ ਜਾਂਦਾ ਹੈ, ਜਿਹੜੇ ਗੁਰੂ ਦੇ ਬਚਨ ਮੰਨਦੇ ਹਨ। ਉਹ ਅੰਮ੍ਰਿਤ ਪੀਂਦੇ, ਅੰਮ੍ਰਿਤ ਬਾਣੀ ਹਰ ਹਰ ਦੇ। ਇਹ ਅੰਮ੍ਰਿਤ ਪੀਵਣਾ ਹੈ, ਬਾਣੀ ਦੀ ਵਿਚਾਰ ਕਰਨਾ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਸ਼ਬਦ ਦੀ ਵਿਚਾਰ ਕੋਈ ਸੁਣ ਰਿਹਾ ਹੈ, ਵਿਚਾਰ ਨੂੰ ਬੋਲ ਰਿਹਾ ਹੈ, ਗਾਇਨ ਕਰ ਰਿਹਾ ਹੈ, ਵਿਚਾਰ ਨੂੰ ਲਿਖ ਰਿਹਾ ਹੈ, ਹੱਥਾਂ ਨਾਲ ਲਿਖਦੇ ਵੀ ਹੈ ਕਈ। ਤੇ ਸਭ ਤੋਂ ਵੱਡੀ ਗੱਲ, ਪ੍ਰਮੁੱਖ ਗੱਲ, ਮੰਨਦਾ ਪਿਆ ਹੈ, ਵਿਚਾਰ ਦੀ ਗੱਲ ਵੀ ਮੰਨ ਰਿਹਾ। ਉਹ ਅੰਮ੍ਰਿਤ ਦੇ ਸਮਾਨ ਹੈ, ਅੰਮ੍ਰਿਤ ਪੀ ਰਹੇ ਹਨ ਉਹ ਲੋਕ। ਮਹੱਲਾ ਤੀਜਾ। ਸਹਿਜੇ ਜਾਗੈ ਸਹਿਜੇ ਸੋਵੈ। ਗੁਰਮੁਖਾਂ ਦੀ ਅਵਸਥਾ ਦੇ ਬਾਰੇ ਵਰਣਨ ਹੈ। ਸਹਿਜੇ ਹੀ ਸੌਂਦੇ ਹਨ, ਬਿਨਾਂ ਕਿਸੇ ਚਿੰਤਾ ਤੋਂ, ਬਿਨਾਂ ਕਿਸੇ ਦੀ ਨਿੰਦਿਆ ਕੀਤੇ, ਚੁਗਲੀ ਕੀਤੇ, ਗੱਲਾਂ ਕੀਤੇ, ਬਾਤਾਂ ਕਰੇ, ਗੁਰੂ ਗੁਰੂ ਜਪਦੇ ਸੌਂਦੇ ਹਨ। ਜਾਗਦੇ ਵੀ ਗੁਰੂ ਗੁਰੂ, ਉੱਠਦੇ ਹੀ ਵਾਹਿਗੁਰੂ ਵਾਹਿਗੁਰੂ ਸ਼ੁਰੂ ਕਰ ਦਿੰਦੇ ਹਨ। ਔਰ ਅੰਦਰੂਨੀ ਅਵਸਥਾ ਦੇਖੀ ਜਾਏ, ਆਤਮਕ ਅਵਸਥਾ, ਉਹਦੇ ਅੰਦਰ ਵੀ ਸਹਿਜੇ ਹੀ ਜਾਗ ਜਾਂਦੇ ਹਨ। ਉਹਨਾਂ ਦਾ ਸੁਰਤ ਜਿਹੜੀ ਹੈ
ਉਹ ਬੜੇ ਆਰਾਮ ਨਾਲ ਯਕਦਮ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੀ ਹੈ। ਸਹਿਜੇ ਸਹਿਜੇ ਸੋਵੈ ਗੁਰਮੁਖ ਅੰਦਿਨ ਉਸਤਤ ਹੋਵੇ। ਗੁਰਮੁਖਾਂ ਦੀ ਤੇ ਉਸਤਤੀ ਹੋਣੀ ਹੈ ਜਹਾਨ। ਸੰਤਾਂ ਮਹਾਂਪੁਰਸ਼ਾਂ ਦੀ ਉਸਤਤੀ ਸਾਰਾ ਜਹਾਨ ਕਰਦਾ ਹੈ। ਦੇਵਤੇ ਵੀ ਕਰਦੇ ਹਨ, ਅੱਗੋਂ ਵੀ ਪਿੱਛੋਂ ਵੀ। ਉਹਨਾਂ ਦੀ ਉਸਤਤੀ ਵਡਿਆਈ ਗੁਰੂ ਨਾਨਕ ਆਪ ਕਰਾਉਂਦੇ ਹਨ ਭਗਤਾਂ ਨੂੰ। ਮਨਮੁਖ ਭਰਮੈ ਸਹਿਸਾ ਹੋਵੈ। ਫਿਰ ਮਨਮੁਖ ਦੀ ਗੱਲ ਆ ਗਈ। ਮਨਮੁਖ ਭਰਮ ਵਿੱਚ ਹੈ, ਸੰਸ਼ਿਆਂ ਵਿੱਚ ਹੈ, ਸਹਿਸਾ ਹੋਵੇ, ਉਹਨੂੰ ਸੰਸੇ ਪੈ ਗਏ। ਅੰਤਰ ਚਿੰਤਾ ਨੀਂਦ ਨਾ ਸੋਵੈ। ਉਹਦੇ ਅੰਦਰ ਚਿੰਤਾ ਰੋਗ ਹੈ, ਰਾਤ ਨੂੰ ਕਰਵਟਾਂ ਬਦਲਦਾ ਹੈ, ਨੀਂਦ ਵਿੱਚ ਨਹੀਂ ਸੋ ਪਾਉਂਦਾ। ਨੀਂਦ ਦੀ ਦਵਾਈਆਂ ਲੈ ਲੈ ਕੇ ਸੌਂਦਾ ਹੈ ਕਿਉਂਕਿ ਉਹਨੂੰ ਦੁੱਖ ਹੈ। ਗਿਆਨੀ ਜਾਗੈ ਸਵੇ ਸੁਭਾਏ। ਗਿਆਨੀ ਜਿਹੜੇ ਮਹਾਂਪੁਰਸ਼ਾਂ ਨੂੰ ਗਿਆਨੀ ਕਿਹਾ ਗਿਆ, ਇਹ ਜਾਗ ਜਾਂਦੇ ਹਨ। ਸਹਿ ਸੁਭਾਈ, ਸਵੇ ਸੁਭਾਏ, ਸੌਂਦੇ ਵੀ ਉਹਦੀ ਕਿਰਪਾ ਨਾਲ ਹੈ, ਜਾਗਦੇ ਵੀ ਉਹਨਾਂ ਦੀ ਕਿਰਪਾ ਨਾਲ ਹੈ। ਨਾਨਕ ਨਾਮ ਰਤਿਆ ਬਲ ਜਾਓ। ਜਿਹੜੇ ਨਾਮ ਦੇ ਰਤੇ ਗੁਰਮੁਖ ਪਿਆਰੇ ਹਨ, ਨਾਨਕ ਜੀ ਉਹਨਾਂ ਦੇ ਬਲ ਬਲ ਜਾਉਂਦੇ ਹਨ, ਉਹਨਾਂ ਨੂੰ ਪਿਆਰ ਕਰਦੇ ਹਨ, ਉਹਨਾਂ ਉੱਪਰ ਕੁਰਬਾਨ ਜਾਂਦੇ ਹਨ। ਨਾਨਕ ਜੀ ਪੌੜੀ ਸੇ ਹਰ ਨਾਮ ਧਿਆਵੇ ਜੋ ਹਰ ਰਤਿਆ। ਉਹੀ ਮਨੁੱਖ ਨਾਮ ਧਿਆਵਣਗੇ ਜਿਹੜੇ ਹਰੀ ਦੇ ਵਿੱਚ ਰਤੇ ਗਏ ਹਨ। ਹਰ ਇੱਕ ਧਿਆਵੈ ਇੱਕ, ਇੱਕੋ ਹਰ ਸਤਿਆ। ਇੱਕ ਦੀ ਗੱਲ ਕਰਦੇ ਹਨ ਔਰ ਇੱਕੋ ਦੀ ਹੀ ਸਤਿਆ ਹੈ। ਉਹ ਕਰਦੇ ਵੀ ਗੱਲ ਸਿਰਫ ਇੱਕ ਪਰਮੇਸ਼ਵਰ ਦੀ ਹੈ ਔਰ ਸੱਚਮੁੱਚ ਧਰਤੀ ਤੇ ਉਹਦੀ ਹੀ ਸੱਤਾ ਹੈ। ਹਰ ਇੱਕੋ ਵਰਤੈ ਇੱਕ, ਇੱਕੋ ਉਤਪਤਿਆ। ਹਰ ਇੱਕ ਹੈ, ਸਾਰਿਆਂ ਦਾ ਮਾਲਕ ਇੱਕ ਹੈ। ਕੋਈ ਵਰਤਦਾ ਹੈ ਔਰ ਇੱਕੋ ਹੀ ਉਤਪਤੀ। ਇੱਕ ਜਿਹੜਾ ਹੈ ਸ੍ਰਿਸ਼ਟੀ ਅੰਦਰ ਪੈਦਾ ਹੋ ਰਿਹਾ, ਚਾਹੇ ਕੋਈ ਜੀਵ ਜੰਤੂ ਹੈ, ਚਾਹੇ ਕੋਈ ਹੈ ਤੇ ਉਹਦੀ ਅੰਸ਼। ਪੁੱਤਰ ਤੇ ਰੱਬ ਦੇ ਹਨ। ਜੋ ਹਰ ਨਾਮ ਧਿਆਵੇ, ਜਿਹੜੇ ਹਰੀ ਦਾ ਨਾਮ ਧਿਆਉਂਦੇ ਹਨ। ਤਿੰਨ ਡਰ ਸਤ ਘੱਤਿਆ। ਇਹਨਾਂ ਦੇ ਡਰ, ਜਮਾਂ ਦੀ ਮਾਰਾਂ ਵਾਲਾ ਡਰ ਮੁੱਕ ਗਿਆ। ਗੁਰਮਤੀ ਦੇਵਾ ਆਪ। ਇਹ ਜਿਹੜੀ ਗੁਰਮਤ ਹੈ ਇਹ ਪ੍ਰਭੂ ਆਪ ਹੀ ਦਿੰਦਾ ਹੈ, ਇਹ ਸੋਝੀ ਵੀ ਆਪ ਦਿੰਦਾ ਹੈ। ਗੁਰਮੁਖ ਹਰ ਜਪਿਆ। ਗੁਰਮੁਖ ਲੋਕ ਉਸ ਪ੍ਰਭੂ ਦਾ ਨਾਮ ਜਪਦੇ ਤੇ ਜਪਾਉਂਦੇ ਹਨ। ਇਹ ਗੁਰਮੁਖਾਂ ਦੀ ਨਿਸ਼ਾਨੀਆਂ ਹਨ। ਭਾਈ ਸਮੁੰਦਾ ਜੀ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਦੇ ਸਿੱਖ ਹੋਏ ਹਨ, ਇਹ ਚੰਗੇ ਵਪਾਰੀ ਵੀ ਸਨ, ਕਾਰੋਬਾਰੀ ਸਨ ਤੇ ਬੜੀ ਸੋਹਣੀ ਇਹਨਾਂ ਦੀ ਕਿਰਤ ਚੱਲਦੀ ਸੀ। ਪਰ ਇਹਨਾਂ ਨੂੰ ਇੱਕੋ ਹੀ ਸੀਗਾ ਕਿ ਮੈਂ ਆਪਣੇ ਬੱਚਿਆਂ ਵਾਸਤੇ ਕਮਾ ਰਿਹਾ ਹਾਂ, ਜਾਇਦਾਦ ਜੋੜ ਰਿਹਾ ਹਾਂ, ਸੁੱਖਾਂ ਵਾਸਤੇ ਜੋੜ ਰਿਹਾ ਹਾਂ। ਹੋਰ ਕੋਈ ਇਹਨਾਂ ਦੇ ਮਕਸਦ ਹੈ ਹੀ ਨਹੀਂ ਸੀ ਜ਼ਿੰਦਗੀ ਦਾ। ਬਸ ਕਿ ਮਾਇਆ ਕਮਾਣੀ, ਕਿਰਤ ਕਰਨੀ, ਸੁੱਚੀ, ਬਸ ਇਸ ਤਰ੍ਹਾਂ। ਇਸ ਤੋਂ ਉੱਪਰ ਸੋਚ ਨਹੀਂ ਜਾਂਦੀ। ਇੱਕ ਦਿਨ ਕਿਸੇ ਸੰਗਤ ਵੱਲ ਉਹਨਾਂ ਦਾ ਮੁੱਖ ਹੋ ਗਿਆ। 2 ਘੜੀ ਸੰਗਤ ਵਿੱਚ ਬੀਤੀ ਉਹਨਾਂ ਦੀ, ਉੱਥੇ ਜਾਣਾ ਪਿਆ। ਕੋਲ ਹੀ ਗੁਰਸਿੱਖ ਬੰਦੇ ਨਗਰ ਵਿੱਚ ਆ ਕੇ ਠਹਿਰੇ ਸੀ। ਗੁਰੂ ਅਰਜਨ ਦੇਵ ਜੀ ਦੇ ਸਿੱਖ ਸੰਗਤ ਕਰਾ ਰਹੇ ਸੀ, ਕਥਾ ਕਰ ਰਹੇ ਸੀ। ਭਾਈ ਸਮੁੰਦਾ ਜੀ ਵਿੱਚ ਬੈਠੇ ਹਨ। ਉੱਥੇ ਗੁਰਮੁਖਾਂ ਦੀ ਬਾਣੀ ਤੇ ਬਚਨ ਚੱਲ ਰਹੇ ਹਨ। ਉਹਨਾਂ ਦੇ ਹਿਰਦੇ ਤੇ ਅਸਰ ਕੀਤਾ, ਤੀਰ ਵਕਣ ਲੱਗਿਆ। ਕਹਿੰਦੇ ਨਾਲ ਤਾਂ ਸਿਰਫ ਨਾਮ ਜਾਣਾ ਹੈ, ਅੱਗੇ ਦੀ ਤਿਆਰੀ ਕੀ ਕੀਤੀ ਹੈ ਤੈਂ। ਇਹ ਗੱਲ ਜਦੋਂ ਸੁਣੀ ਮਨ ਵਿੱਚ ਬੜਾ ਹੀ ਇੱਕਦਮ ਹੀ ਹੈਰਾਨੀ ਹੋਈ ਕਿ ਨਾਲ ਤੇ ਨਾਮ ਜਾਣਾ।
कीती संगत जानी है, सेवा जानी है, जो तो मेरे को है ही नहीं। भाई समੁੰਦਾ चिंतातुर हो गए, चिंता विच आ गए। ये किदां हो गया? मैं अजे तक इसते शुरुआत भी नहीं की। इन्ना मैं पैसा कमा लिया, बच्चियां वास्ते भले कर ले, जोड़ ली, जायदादां कर ली, सुख बना ले, पर असलीयत ते मेरे तो बड़ी दूर है। संगत विच अख खुलती है। ਸਮੁੰਦਾ जी घर आ गए संगत करके। हुण रात नूं नींद ना पवे, नींद आवे ना, बैठे हन कदी पासे पलटते, चिंता बड़ी, रोग लग्या, बड़ी परेशानी है मन। अचानक ही नींद का झटका आया, सराणे ते गिर गए। जदों सराणे ते लेटे नाल ही सुपना शुरू हो गया। सुपने विच उन्हां दी मौत हो गई ਸਮੁੰਦਾ जी ते जमदूत आ गए। जमदूतां ने घेरा पाया है। भाई ਸਮੁੰਦਾ जी हजे भाई ਸਮੁੰਦਾ नहीं बने, खाली ਸਮੁੰਦਾ। गुरु अर्जन देव जी ने बाद विच इन्हां दा नाम भाई ਸਮੁੰਦਾ रखवाया। कहंदे लैके चले जमदूत, मारदे कुटदे कि तू नाम नहीं जप। अचानक ही अख खुली, पसीने पसीने यकदम बह गए, घबराहटां छिड़ गईयां, परिवार भी चिंता विच आ गया। की हो गया इन्हां नूं? चंगे भले सी रात, कहंदे मैनूं कित्थे जाना है। वो मेरे सिख जड़े बैठे हैं, वो गुरु के सिख लंघ ना जान। वो संगत जड़ी मैं कीती सी, मैनू असर हो गई है। भजे हन, भजे सिखां वल। महाराज हे भाई सिखो, मैनू यह दसो नाल की जांदा है? मैं भी उदा वणिज व्यापार करना है। कहंदे ये तां तैनू गुरु साहब दसणगे, तू साडे नाल ही चल। तैनू गुरु अर्जन देव जी दे दर्शन कराइए, जिन्हां दी ये बाणी है। हुण गुरु अर्जन देव जी कोल सिख लै गए भाई ਸਮੁੰਦਾ नूं। पहली भेंट हुई। गुरु जी ने बड़ी ही सुंदर गल बचन किते। भाई ਸਮੁੰਦਾ कहंदे मैनू ज्ञान बख्शो, नाल की जाना है? मैं बहुत चिंतातुर हो गया, मैनू परेशानी है, मैनू दसना करो। गुरु जी कहंदे ਸਮੁੰਦਾ एक गल दस, किसी नू कोई काम भेजिया जावे, कोई राजा किसी नौकर नू काम भेजे, मान लो वो अपना काम ठीक तरह ना निभाए, जिस काम आया है फलाने नगर, वो इधर उधर ते फिरदा रहे, गल्लां करदा रहे, पर जिहड़ा लक्ष्य सी, राजे का काम सी, वो करे ही ना, वो फिर वापस आ जाए। ते उन्होंने सियाणा कवांगे, मूर्ख कवांगे? तू दस ਸਮੁੰਦਾ। ਸਮੁੰਦਾ कहना मूर्ख कवांगे जी, राजे ने जिस काम भेजिया है वो तो किता ही, तो मूर्ख ही होया। गुरु अर्जन देव जी कहते ठीक है। कहते मान लो किसी नगर राजा नौकर नूं भेजदा है, वो होर गल्लां विच ध्यान ना देवे, नगर विच घूमना फिरना, इधर उधर की गल्लां मारनी छड्ड के सब तो पहले जड़ा काम सी उन्नू पूरा करे। ते उन्नू की कवांगे? ਸਮੁੰਦਾ जी कहते उन्नू सियाणा कवांगे। हुण गुरु अर्जन देव जी की गल समझ आ गई। भाई ਸਮੁੰਦਾ नूं क्या, ਸਮੁੰਦਾ इसी तरह परमेश्वर राजा है, राजा उन्होंने सानू किसी लक्ष्य से धरती ते भेजे, असी चाकर हाँ, हम चाकर गोबिंद के
ठाकुर मेरा भारा। असी चाकर हाँ सारे, काम ते असी नाम जपण आए हाँ ते गल्लां करदे हाँ दुनियादारी दी, निंदिया चुगली ईरखा झूठ फरेब क्रोध लड़ाइयां ते झगड़े। ते सानू परमेश्वर साडे कोल खुश होएगा या नाराज होएगा? कहते हाँ महाराज साडे तो नाराजगी है, परमेश्वर की पिठ है। जे समुंदा जी सानू तो प्रभु ने नाम जपन संगत करन बाणी पढ़न भेजिया सी, अमृत वेले जागन से पुण्य बीज दान करन से इशनान करन से भेजिया सी। ते जे असी वो करके जावांगे ते फिर परमेश्वर सानू सत्कार देगा, सगों अपने कोल बिठा लेगा। आखो सतनाम श्री वाह, खुश होएगा ना। समुंदा जी सौखे लफ्ज़ां देखो किन्ने सौखे तरीके नाल समझाया। हुण समुंदा जी कहंदे महाराज जीवन कमाई दे कुछ बचन दसो। मैनूं समझ ते आ गया कि असीं की काम आए हाँ, हुण बचन दसो। कहंदे समुंदा जी 3 बचन फड़ लो, नाम दान ते इस्नान। निता प्रति जरूरी हैं। नाम जपना, अमृत वेले नाम जपना चाहिए है, सारा दिन नाम जपना चाहिए है। ये तो तुहाडे सहाई होएगा, ये तो रखिया करेगा, परमेश्वर का मिलाप होएगा। दान की है? दान अगे एक दूजे नूं वंड के छकना। कोई किसी कोल वस्तु वध है, किसी सिख कोल घट है, हुण जिहदे कोल वध है वो जिहदे घर कमी है उस घर वंडे, उस घर दे के अपना न जनाए, उहदे नाल शेयर करे। इनू कहंदे वंड छकना। परमेश्वर की दित्ती दातां नूं एक दूजे नाल शेयर करना, इनू दान किया है। दान इस्नान, इस्नान कई विचार वाले बंदे आखते हैं कि काम क्रोध लोभ मोह हंकार ये साडे अंदर भरे पे हैं, इन्हां दा त्याग करना, बुराई तो दूर रहना, ये भी इस्नान है, मन का इस्नान है। एक तो बाल का इस्नान है ना, ये मन का इस्नान भी जरूरी है। बुराइयां तो दूर रहना, गुरु अर्जन देव जी समझा रहे हैं। ते सुच संयम रखनी, शरीरिक तंदुरुस्ती वास्ते, बाणी पढ़न वास्ते, अमृत वेले जाग के इशनान करना, ये भी इशनान मनिया गया है। यानी दोनों इशनान चाहिए है। कह ना सोचो कि खाली इशनान करने नाल काम बन जाएगा। फिर तो मेंढक और डड्डू जिहड़े पानी विच रहिंदी मछलियां ये तो सारियां मुक्त हो जाणगियां, ये तो हर वक्त ही पानी दे विच नहा रहियां। मन का इशनान भी चाहिए है। दोनों इशनान लाजमी गुरु जी ने दसे। जड़ा सिख इदा करेगा उन्होंने मुक्ति का राह प्राप्त होएगा। भाई समुंदा इस विचार तो बड़े खुश होए। कहते महाराज जी मनु हुण समझ आई है कि जीवन का लक्ष्य की सी। मैं तो यही सोचता सी कि किरत करनी है, पैसा जोड़ना है, बच्चियां नू सुखी करना है, जायदादां बनानियां हैं, इहदे विच लगे रहना है, यही बस जीवन है। तुसी तो मेरी अंतरात्मा दे किवाड़ खोलते। जे मैनू 2 घड़ी की संगत ना मिलती तुहाडे सिखां दी ते फिर तो मैं जीवन बर्बाद हो जाता। गुरु अर्जन देव जी समझाते हैं हुण भी डुले बेरा का कुछ नहीं बिगड़िया। जो पिछे बीत गई अगली संभाल। गुरसिखा
ਹੁਣ ਜਿਹੜਾ ਸਮਾਂ ਹੈ ਉਸ ਨੂੰ ਸੰਭਾਲਣ ਦੀ ਲੋੜ ਹੋ ਗਈ ਹੈ। ਇਸ ਨੂੰ ਨਾਮ ਨੂੰ ਸੰਭਾਲਣਾ ਸਾਡਾ ਫਰਜ਼ ਤੇ ਉੱਤਮ ਗੱਲ ਹੈ। ਪਛਤਾਣ ਨਾਲ ਕੁਝ ਨਹੀਂ ਹੋਣਾ, ਕਮਾਈ ਨਾਲ ਹੋਣਾ ਹੈ। ਚਿੰਤਾ ਛੱਡੋ, ਚਿੰਤਨ ਫੜੋ। ਚਿੰਤਨ, ਕੋਈ ਵੀ ਰੁਕਾਵਟ ਜੀਵਨ ਅੰਦਰ ਆਉਂਦੀ ਹੈ ਤੇ ਤੁਸੀਂ ਚਿੰਤਨ ਕਰਨਾ ਸ਼ੁਰੂ ਕਰ ਦਿਓ, ਚਿੰਤਾ ਆਪੇ ਹੀ ਦੂਰ ਹੋ ਜਾਏਗੀ। ਇਹਦਾ ਇੱਕੋ ਹੀ ਇਲਾਜ ਹੈ, ਇੱਕੋ ਦਵਾਈ ਹੈ, ਦੁੱਖ ਦਾਰੂ ਸੁਖ ਰੋਗ ਪਿਆ। ਜਿਹੜੇ ਦੁੱਖ ਹੁੰਦੇ ਆ ਨਾ, ਉਹ ਦਵਾਈ ਹੈ ਸਾਡੀ। ਦਾਰੂ ਕਹਿੰਦੇ ਦਵਾਈ ਨੂੰ। ਜਿਹੜੇ ਸੁੱਖ ਹਨ ਉਹ ਰੋਗ ਹਨ। ਕਿਉਂ ਰੋਗ ਹਨ? ਕਿਉਂਕਿ ਸੁੱਖਾਂ ਵਿੱਚ ਰੱਬ ਪਰਮੇਸ਼ਰ ਸਾਨੂੰ ਯਾਦ ਨਹੀਂ ਆਉਂਦਾ। ਕੋਈ ਜਰਾ ਜਿਹਾ ਦੁੱਖ ਘਰ ਵਿੱਚ ਆਉਂਦਾ ਹੈ, ਪਰੇਸ਼ਾਨੀ ਆਉਂਦੀ ਹੈ ਦਿਮਾਗ ਨੂੰ, ਤੇ ਉਸੇ ਵੇਲੇ ਹੀ ਰੱਬ ਯਾਦ ਆ ਜਾਂਦਾ। ਅਰਦਾਸਾਂ ਸ਼ੁਰੂ ਹੋ ਜਾਂਦੀ ਹੈ, ਨਾਮ ਵੀ ਜਪਣਾ ਲੋਕ ਸ਼ੁਰੂ ਕਰ ਦਿੰਦੇ, ਗੁਰਦੁਆਰੇ ਜਾਣਾ ਸ਼ੁਰੂ ਕਰ ਦਿੰਦੇ। ਇਸ ਕਰਕੇ ਦੁੱਖਾਂ ਨੂੰ ਦਾਰੂ ਮੰਨਿਆ ਗਿਆ ਹੈ। ਕੁੰਤੀ ਇਹਨੇ ਭਗਵਾਨ ਕ੍ਰਿਸ਼ਨ ਭਗਵਾਨ ਜੀ ਕੋਲ ਨਾ ਦੁੱਖ ਮੰਗੇ ਸੀ। ਦੁੱਖ ਸਾਰਿਆਂ ਨੇ ਸੁੱਖ ਮੰਗੇ ਕ੍ਰਿਸ਼ਨ ਭਗਵਾਨ, ਪਰ ਕੁੰਤੀ ਨੇ ਨਹੀਂ ਮੰਗਿਆ। ਕੁੰਤੀ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ, ਦੁਨੀਆ ਦੇ ਸਾਰੇ ਦੁੱਖ ਮੇਰੀ ਝੋਲੀ 'ਚ ਪਾ ਦਿਓ ਕ੍ਰਿਸ਼ਨ ਭਗਵਾਨ। ਕ੍ਰਿਸ਼ਨ ਕਹਿੰਦੇ ਕਿਉਂ ਕੁੰਤੀ ਕਿਉਂ ਮੰਗਦੀ? ਕਹਿੰਦੇ ਦੁੱਖ ਵਿੱਚ ਤੁਸੀਂ ਯਾਦ ਰਹਿੰਦੇ ਹੋ। ਜੇ ਬਹੁਤੇ ਸੁੱਖ ਆ ਗਏ, ਪਦਾਰਥ ਆ ਗਏ, ਰਾਜ ਮਹਿਲ ਆ ਗਏ, ਪਤਾ ਨਹੀਂ ਤੁਸੀਂ ਯਾਦ ਆਵੋ ਕਿ ਨਾ ਆਵੋ। ਜੇ ਦੁੱਖ ਹੋਏਗਾ ਤਾਂ ਅਸੀਂ ਯਾਦ ਰਹਿਣਾ। ਤਾਂ ਹੀ ਦੇਖੋ ਕੁੰਤੀ ਨੂੰ ਦੁੱਖ ਮਿਲੇ, ਪਾਂਡਵਾਂ ਨੂੰ ਕਿਸ ਤਰ੍ਹਾਂ ਰਾਜ ਭਾਗ ਛੱਡਣਾ ਪੈ ਗਿਆ, ਦੁਰਯੋਧਨ ਨਾਲ ਲੜਾਈ ਹੋਈ। ਇਹ ਕੁੰਤੀ ਨੇ ਹੀ ਮੰਗਿਆ ਸੀ ਕ੍ਰਿਸ਼ਨ ਕੋਲ ਦੁੱਖ। ਫਿਰ ਉਹਨਾਂ ਨੂੰ ਰੱਬ ਔਰ ਪਰਮੇਸ਼ਰ ਵੀ ਯਾਦ ਰਿਹਾ, ਧਰਮ ਵੀ ਕਮਾਇਆ ਉਹਨਾਂ ਨੇ, ਪਾਂਡਵਾਂ ਨੇ। ਕ੍ਰਿਸ਼ਨ ਭਗਵਾਨ ਜੀ ਦਵਾਰਕਾ 'ਚ ਰਹਿੰਦੇ ਸੀ। ਦਵਾਰਕਾ ਬੜਾ ਸੁੰਦਰ ਸੀ ਦਵਾਰਕਾ। ਇੱਕ ਵਾਰੀ ਨਾਰਦ ਮੁਨੀ ਕਹਿੰਦੇ ਕਿ ਕ੍ਰਿਸ਼ਨ ਜੀ ਇੰਨੀ ਸੁੰਦਰ ਨਗਰੀ ਹੈ, ਇੱਕ ਅੱਧਾ ਭਵਨ ਸਾਨੂੰ ਵੀ ਦੇ ਦਿਓ ਦਵਾਰਕਾ 'ਚ, ਸਾਨੂੰ ਵੀ ਰਹਿਣਾ ਮਿਲ ਜਾਵੇ ਤੁਹਾਡੀ ਨਗਰੀ 'ਚ। ਉੱਥੇ ਗੋਪੀਆਂ ਸੀ, ਗੋਪੀਆਂ ਕ੍ਰਿਸ਼ਨ ਦੀ ਗੋਪੀਆਂ, ਜਿਹੜੀਆਂ ਭਗਵਾਨ ਕ੍ਰਿਸ਼ਨ ਨੂੰ ਯਾਦ ਰੱਖਦੀਆਂ ਸਨ, ਹਰ ਵਕਤ ਅੰਗ ਸੰਗ ਰਹਿੰਦੇ ਸੀ ਕ੍ਰਿਸ਼ਨ ਭਗਵਾਨ। ਹੁਣ ਕੀ ਹੋਇਆ? ਨਾਰਦ ਨੂੰ ਕਹਿੰਦੇ ਕ੍ਰਿਸ਼ਨ ਜੀ ਜਾਓ, ਜਿਹੜਾ ਭਵਨ ਖਾਲੀ ਹੈ ਉੱਥੇ ਤੁਸੀਂ ਰਹਿ ਸਕਦੇ ਹੋ। ਹੁਣ ਜਿਸ ਕਮਰੇ ਵਿੱਚ ਭਵਨ ਵਿੱਚ ਜਾਣ ਨਾ ਨਾਰਦ, ਉੱਥੇ ਗੋਪੀ ਵੀ ਹੋਵੇ ਤੇ ਇੱਕ ਕ੍ਰਿਸ਼ਨ ਭਗਵਾਨ ਵੀ ਹੋਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿੱਥੇ ਜਿੱਥੇ ਜਾਣ ਗੋਪੀਆਂ ਨਾਲ ਤੇ ਨਾਲ ਕ੍ਰਿਸ਼ਨ। ਅਨੇਕ ਹੈ, ਏਕ ਹੈ, ਅਨੇਕ ਹੈ। ਕਿੰਨੇ ਹੀ ਰੂਪ ਕ੍ਰਿਸ਼ਨ ਭਗਵਾਨ। ਪੂਰੇ ਨਗਰ ਦੇ ਭਵਨ ਛਾਂਟ ਲਏ ਨਾਰਦ ਨੇ, ਪਰ ਇੱਕ ਵੀ ਭਵਨ ਕ੍ਰਿਸ਼ਨ ਭਗਵਾਨ ਤੋਂ ਖਾਲੀ ਨਹੀਂ ਮਿਲਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਔਰ ਸ਼ਰਤ ਰੱਖੀ ਸੀ ਭਗਵਾਨ ਨੇ, ਜਿਹੜਾ ਭਵਨ ਖਾਲੀ ਹੋਵੇ ਉਹ ਲੈ ਲੈ। ਨਾਰਦ ਥੱਕ ਗਿਆ, ਪਰ ਉਹਨੂੰ ਹਰ ਜਗ੍ਹਾ ਕ੍ਰਿਸ਼ਨ ਭਗਵਾਨ ਤੇ ਗੋਪੀਆਂ ਉੱਥੇ ਮਿਲੀਆਂ ਦਵਾਰਕਾ ਵਿੱਚ। ਯਾਨੀ ਭਗਵਾਨ ਹਰ ਜਗ੍ਹਾ ਹੈ। ਜਿਹੜੇ ਪ੍ਰੇਮ ਨਾਲ ਸੇਵਕ ਸੇਵਾ ਕਰ ਰਹੇ ਹਨ, ਯਾਦ ਕਰਦੇ ਹਨ ਪਰਮੇਸ਼ਰ ਨੂੰ, ਇਸ਼ਟ ਨੂੰ, ਮੁਰਾਰੀ ਨੂੰ, ਉੱਥੇ ਭਗਵਾਨ ਹਾਜ਼ਰ ਹੋ ਜਾਂਦਾ ਹੈ। ਨਾਰਦ ਦਾ ਵੀ ਹੁਣ ਭਰਮ ਦੂਰ ਹੋ ਗਿਆ। ਆਓ, ਸਮਾਂ ਇਜਾਜ਼ਤ ਨਹੀਂ ਦਿੰਦਾ, ਸਾਰੇ ਨਾਮ ਜਪੋ ਤੇ ਕੱਲ ਆਰੰਭ ਕਰਾਂਗੇ ਜੀ। ਵਾਹਿਗੁਰੂ 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 ਵਾਹਿਗੁਰੂ